ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਾਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਅਰ ਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਸਤਿਗੁਰ ਸੇਵਨ ਸੇਵਡ ਭਾਗੀ ਅਨੰਦਿਨ ਸਾਚ ਨਾਮ ਲਿਵ ਲਾਗੀ। ਸਤਿਗੁਰ ਸੇਵਨ ਸੇਵਡ ਭਾਗੀ ਅਨੰਦਿਨ ਸਾਚ ਨਾਮ ਲਿਵ ਲਾਗੀ। ਸਦਾ ਸੁਖ ਦਾਤਾ ਰਬਿਆ ਘਟ ਅੰਤਰ
शब्द सच्चै ओ माहे, अनदर करे तां गुरु मिलाए। हर का नाम मन वसाए, हर मन वसिया सदा सुख दाता। सब दे मन उमाहे, कृपा करे तां मेल मिलाए। हो मैं ममता शब्द जलाए, सदा मुक्त रह इक रंगी। नाही किसै नाल काहे, बिन सतगुर सेवे घोर अंधारा। बिन शब्द कोय न पावै पारा, जो शब्द राते महा बैरागी। सो सच शब्दे लाहा है, बिन सतगुर सेवे घोर अंधारा। बिन शब्द कोय न पावै पारा, जो शब्द राते महा बैरागी। सो सच शब्दे लाहा है। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर छतर तख ते मालक। बाणी के बोहित जाहरा जहूर, हाजरा हजूर सर्व कला समरथ। धन धन साहिब श्री गुरु ग्रंथ साहिब, सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी वड भागे हो, जो दशमेश पिता गुरु कलगीधर सतगुरु अमृत के दाते सर्वांस दानी। सहबे कमाल धन धन साहिब श्री गुरु गोबिंद सिंह महाराज जी दी चरण छो धरती। महान पवित्र अस्थान गुरुद्वारा मंजी साहिब आलमगीर विखे अमृत बेले तो हाजरियां भर के सत संगत करके सतगुरु महाराज जी दीयां खुशियां प्राप्त कर रहे हो। साहिबां दे पावन दरबार दे विच अमृत बेले तो सजे दीवाना विच आप जी ने हुणे ही सत्कार जो गुरु घर दे कीर्तनियां पासों श्री आसा जी की वार दे कीर्तन श्रवण कीते हैं। सो आओ गुरु सवारियो, समा है जो चल रही लड़ीवार गुरबाणी दी कथा मारू राग दे विचों आप संगतां श्रवण कर रहीआं हन। आओ अपनियां मन बिरतियां एकाग्र करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच वसा के अपना जीवन सफला करिए। विचार प्रारंभ करन तो पहला करो सारे अपनी रसना नूं पवित्र ते उचारण करो जी सतनाम श्री वाहिगुरु साहिब जी। मारू महला तीजा। सतगुर सेवन से वड भागी,
ਅਨ ਦਿਨ ਸਾਚ ਨਾਮ ਲਿਵ ਲਾਗੀ। ਮਾਰੂ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਮਾਰੂ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਇਹ 11ਵਾਂ ਸ਼ਬਦ ਹੈ ਅਤੇ ਸਤਿਗੁਰੂ ਮਹਾਰਾਜ ਦੇ ਪਾਵਨ ਅੰਕ 1054 ਤੋਂ ਪ੍ਰਾਰੰਭ ਹੁੰਦਾ ਹੈ ਅਤੇ 1055 'ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਗੁਰੂ ਸਾਹਿਬਾਨ ਜੀ ਆਰੰਭਤਾ ਦੇ ਵਿੱਚ ਬਚਨ ਕਰਦੇ ਹਨ। ਗੁਰੂ ਸਾਹਿਬਾਨ ਦੇ ਚਰਨਾਂ 'ਚ ਜਗਿਆਸੂ ਜਨਾਂ ਨੇ ਸਵਾਲ ਕੀਤਾ ਕਿ ਪਾਤਸ਼ਾਹ ਵਡਭਾਗੇ ਪੁਰਸ਼ ਕੌਣ ਨੇ? ਵਡਭਾਗੇ ਕਿਹਨੂੰ ਆਖਿਆ ਜਾਂਦਾ ਹੈ? ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਉੱਤਰ ਦਿੰਦੇ ਨੇ, ਕਹਿੰਦੇ ਨੇ ਜਿਨ੍ਹਾਂ ਦੀ ਸੱਚੇ ਨਾਮ 'ਚ ਬਿਰਤੀ ਜੁੜੀ ਹੋਈ ਹੈ, ਜਿਹੜੇ ਸਾਸ ਗਰਾਸ ਦੁਆਰਾ ਉਸ ਮਾਲਕ ਦਾ ਸਿਮਰਨ ਕਰਦੇ ਹਨ ਅਤੇ ਨਾਲ ਆਪਣੇ ਸਤਿਗੁਰ ਨੂੰ ਚੇਤੇ ਕਰਦੇ ਨੇ। ਅਸਲ ਵਿੱਚ ਉਹ ਵਡਭਾਗੀ ਹਨ। ਸਤਿਗੁਰ ਸੇਵਨ ਸੇ ਵਡਭਾਗੀ। ਉਹ ਵੱਡੀਆਂ ਭਾਗਾਂ ਵਾਲੇ ਹਨ। ਉਹਨਾਂ ਉੱਤੇ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਦੀ ਆਰਾਧਨਾ ਨਹੀਂ ਕੀਤੀ ਜਾ ਸਕਦੀ ਹੈ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਫਿਰ ਹੀ ਉਸ ਮਾਲਕ ਪ੍ਰਭੂ ਦੇ ਗੁਣ ਗਾਇਨ ਕੀਤੇ ਜਾ ਸਕਦੇ ਨੇ। ਤਾਈਓ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਬਚਨ ਕਰਦੇ ਨੇ ਕਿ ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨ ਵਿਆਪੈ। ਗੁਰਦੇਵ ਨੂੰ ਸੇਵਣਾ, ਗੁਰਦੇਵ ਨੂੰ ਚੇਤੇ ਕਰਨਾ ਉਹੀ ਕਰ ਸਕਦਾ ਹੈ ਜਿਹਦੇ ਉੱਤੇ ਉਸ ਗੁਰਦੇਵ ਦੀ ਬਖਸ਼ਿਸ਼ ਹੋਵੇ। ਉਹ ਵਡਭਾਗੀ ਹੈ ਜਿਹੜਾ ਆਪਣੇ ਗੁਰੂ ਨੂੰ ਚੇਤੇ ਕਰਦਾ। ਉਹ ਵਡਭਾਗੀ ਹੈ ਜਿਹੜਾ ਗੁਰੂ ਸਾਹਿਬਾਨ ਦੀ ਸੇਵਾ ਕਰਦਾ ਹੈ ਅਤੇ ਸਤਿਗੁਰੂ ਜੀ ਉਹਨਾਂ ਦੇ ਕੀਤੇ ਹੋਏ ਜਿੰਨੇ ਵੀ ਜ਼ਿੰਦਗੀ 'ਚ ਕਰਮ ਨੇ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਬੁਢਾਪੇ ਤੱਕ, ਅਤੇ ਸਤਿਗੁਰੂ ਜੀ ਜੀਵ ਦੇ ਕੀਤੇ ਹੋਏ ਕਰੋੜਾਂ ਅਪਰਾਧਾਂ ਨੂੰ ਪਾਤਸ਼ਾਹ ਬਖਸ਼ ਦਿੰਦੇ ਨੇ। ਉਸ ਪਿਆਰੇ ਨੂੰ ਫਿਰ ਪਾਤਸ਼ਾਹ ਜੀ ਵਡਿਆਈ ਦਿੰਦੇ ਹਨ। ਪਰ ਗੁਰੂ ਦੀ ਟਹਿਲ ਸੇਵਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ ਹੈ। ਜਦੋਂ ਗੁਰੂ ਰਹਿਮਤ ਕਰੇ ਨਾ ਫਿਰ ਉਸ ਮਾਲਕ ਦਾ ਸਿਮਰਨ ਹੁੰਦਾ ਹੈ। ਜਿਵੇਂ ਆਪਾਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਕਿ ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ, ਕੋਇ ਨ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਜਿਨ੍ਹਾਂ ਨੂੰ ਆਪਣੇ ਸਾਹਿਬ ਉੱਤੇ ਭਰੋਸਾ ਹੋ ਜਾਂਦਾ, ਵਿਸ਼ਵਾਸ ਹੋ ਜਾਂਦਾ ਨਾ, ਫਿਰ ਉਹਨਾਂ ਉੱਤੇ ਬਖਸ਼ਿਸ਼ ਹੁੰਦੀ ਹੈ। ਉਹਨਾਂ ਦੇ ਵਿੱਚ ਵੱਡ ਪੁਣਾ ਭੱਗ ਜਾਂਦਾ। ਵੱਡ ਪੁਣਾ ਕੀ? ਹੰਕਾਰ, ਮੈਂ ਮੇਰੀ। ਜਦੋਂ ਮੈਂ ਮੇਰੀ ਮੁੱਕ ਜਾਂਦੀ ਨਾ ਫਿਰ ਉਹ ਜੀਵ ਵਡਭਾਗੀ ਬਣਦਾ। ਫਿਰ ਉਸ ਜੀਵ ਨੂੰ ਗੁਰੂ ਦੀ ਕਿਰਪਾ ਦਾ ਉਹ ਪਾਤਰ ਬਣਦਾ ਏ। ਉਸ ਜੀਵ ਦਾ ਗੁਰੂ ਨਾਲ ਮਿਲਾਪ ਹੁੰਦਾ ਏ। ਉਹ ਗੁਰੂ ਵਾਲਾ ਬਣ ਕੇ ਫਿਰ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ। ਇਸ ਕਰਕੇ ਗੁਰਦੇਵ ਜੀ ਬਚਨ ਕਰਦੇ ਨੇ ਕਿ ਜਿਹੜੇ ਸਤਿਗੁਰ ਸੇਵਨ ਸੇ ਵਡਭਾਗੀ, ਜਿਹੜੇ ਸਤਿਗੁਰ ਨੂੰ ਸੇਵਨ ਚੇਤੇ ਕਰਦੇ ਨੇ, ਸਤਿਗੁਰ ਦੀ ਟਹਿਲ ਸੇਵਾ ਕਰਦੇ ਹਨ, ਅਸਲ ਵਿੱਚ ਉਹ ਵਡਭਾਗੀ ਹਨ। ਅਨ ਦਿਨ ਸਾਚ ਨਾਮ ਲਿਵ ਲਾਗੀ। ਐਸੇ ਗੁਰਮੁਖਾਂ ਦੀ ਅਨ ਦਿਨ ਰਾਤ ਸੱਚੇ ਨਾਮ ਦੇ ਵਿੱਚ ਹੀ ਲਿਵ ਲੱਗੀ ਰਹਿੰਦੀ ਹੈ। ਕਦੇ ਵੀ ਉਹਨਾਂ ਦੀ ਬਿਰਤੀ ਭੰਗ ਨਹੀਂ ਹੁੰਦੀ ਹੈ।
सतवें पातशाह धन गुरु अमरदास वाहिगुरु धन गुरु हरराय साहब महाराज का प्रकाश पुरब अगे आ रहा है 25 तरीक नूं ते धन गुरु हरराय साहब महाराज की हजूरी विच इहो जे बहुत सारे सिख सन जिहड़े दिन रात गुरु साहबान की आराधना करते सी। गुरु के वचनां उत्ते पहरा देना, गुरु गुरु जपना ते आप भी जपना ते संगत नूं भी नाम जपाना, गुरु दे लड़ लाना। उन्हां सिखां विच एक सिख सी फतगुर दा भाई गोंदा जी, जिन्हां उत्ते गुरु की बड़ी बख्शिश सी। सिੱਖੀ ਦਾ प्रचार करन वास्ते पातशाह ने बाहर भेजना कीता। गुरु साहबान की आग्या प्राप्त करके भाई गोंदा जी गए ने, नाल सतगुरु जी ने ये बचन कर दिते, कहन लगे धर्मशाला तैयार करनी है, दोनों समय दीवान सजाने हैं, कथा कहानियाँ गुरु की कथा कहानियाँ संगत नूं श्रवण करानियाँ ने। सत वचन जी। हुण भाई गोंदा जी पहुँचे ने, कहते संगत पासों कारगराही कत्तर कीती। कारगराही कत्तर करन उपरंत फिर भाई गोंदा जी ने एक धर्मशाला तैयार करवा ली, संगत के सहयोग नाल धर्मशाला तैयार करवाई है। उस धर्मशाला विच बैठ के दोनों समय दीवान लाउंदे ने कि गुरु की कथा कहानियाँ गुरु की संगतां तक श्रवण कराउंदे हन। जिथे भाई साहब जी प्रचारक सी, उत्थे नाल नाम बाणी दे अभ्यासी भी सन। अमृत वेले पहर रात रहिंदी तो जागना, इशनान करना, फिर गुरु साहबान की याद विच बैठ जाना, चौंकड़ा मार के सतगुरां दे चरणां दा ध्यान धारण कर लेना। ये नित दा नियम भाई गोंदे जी दा सी। जो सूरज दीयां किरणां धरती उत्ते पैणीਆਂ, सवेर दा समा होना, उदों फिर भाई साहब जी दीवान सजा लेंदे ने। कहंदे ने अज एक दिन ऐसी घटना वापरी कि भाई गोंदा जी अमृत वेले उठे, इशनान इत्यादि करके चौंकड़ा मार के बैठ गए, ध्यान सतगुरु महाराज दे चरणां दा धारण कर लिया। अमृत वेला लंघ गया, सवेर दा समा हो गया। संगतां भाई गोंदे जी दे कोल आके बैठ गईयां कि हुण भाई गोंदा जी समाधि चों उत्थान होणगे, फिर सानू गुरु की कथा कहानियाँ सुनाणगे। पर खेड गुरु सवारे कुछ होर ही वापरी है। अज भाई गोंदा जी बैठे रहे, संगतां सतगुरु इस तरह भाई गोंदे वाल तकदियां ने। इधर कीरतपुर साहब की धरती ते गुरु हरराय साहब महाराज अपने दीवाना च बैठे ने, संगतां नूं उपदेश दे रहे हैं, संगतां नूं दर्शन दीदारे बख्शिश कर रहे हैं। उधरों लांगरी सिख आया ते आके बेनती की कि पातशाह जी लंगर तैयार है, आप जी लंगर छकना करो। ते गुरु हरराय साहब कुछ नहीं बोले, चुप दा छर्राटा। थोड़ी देर बाद फिर सिख बोलिया कि पातशाह लंगर तैयार है, आप जी लंगर छकना करो। जे आप जी लंगर छकणगे तो आप जी तो बाद जिन्नियां भी संगतां ने सारियां संगतां लंगर छकना है। तो सतगुरु फिर नहीं बोले। कहते उधरों जो इस तरह बड़े उदास लांगरी सिख सोचां विच ये की घटना, संगतां भी देख के हैरान कि कोई बचन कर नहीं रहे हैं, चुप करके बैठे हुए हैं। उधरों गुरु सवारे जो भाई गोंदे जी की समाधि उत्थान हुई तो इधरों फिर सतगुरु महाराज ने अपने शरीर के अंग हिलाए। सतगुरु सिंघासन तो उठे, कहते चलो भाई बड़ा समा हो गया,
लंगर छकीए, संगतां छकण लई विहबल हन, भुख लगी है। जदों सतगुरु लंगर पानी छक रहे ने, चूड़ा कीता ते सतगुरु नूं फिर निकटवर्ती सिखां ने सवाल कर लिया। कहण लगे कि पातशाह जी अज की कारण सी? चौंकड़ा मार के आप जी बैठे रहे, समाधि च उथान रहे, पर पातशाह जी आप जी ने अपने शरीर का एक भी अंग नहीं हिलाना कीता। लंगर वरताण नूं ही बड़ा समा लग गया, क्यों जदों तक आप जी लंगरां विच नहीं बैठे, संगत ने छकिया नहीं, भोग नहीं लग्या। गुरु साहबान जी कहण लगे कि भाई साडा सिख है भाई गोंदा, हुण सिੱਖੀ ਦੇ प्रचार ਦੇ ਸੀ काबल ਦੇ इलाके ਵੱਲ भेजना कीता है। उन्हें साडे चरणां दा ध्यान धारण कर लिया। ध्यान दे राही साडे चरण पकड़े हुए सन। जे असीं अपने चरण हिलाउंदे, अपने अंगां नूं हिलाउंदे, तां भाई गोंदे जी दी समाधि उथान होनी सी। इस करके असीं अपना शरीर नहीं हिलाया, इस तरह बैठे रहे। तो सिखा ने वो जिहड़ा जदों सतगुर ने बचन कीते ना, तो सिखा ने शंका की विच कि इंज किवें हो सकदा। जिहड़े तां शरधा भावना वाले सी, क्यों सारे शरधा वाले भी नहीं हुंदे हन, विच शंके करन वाले ज़्यादा हुंदे ने। कुछ सिखा ने शंका कीता कि इंज किवें हो सकदा, कित्थे काबल कंधार कश्मीर दा इलाका उधरले पासे इन्नी दूर, कित्थे सतगुरु जी बैठे ने कीरतपुर साहिब की धरती, तो इंज किवें हो सकता है, उत्थों चरण किवें पकड़े जा सकते हैं। कहते ने सिखा ने उस समय जिहड़ी तरीक सी, वो समा वो तरीक नोट कर ली कि जदों भाई गोंदा जी संगतां दे सहित कीरतपुर साहिब की धरती ते आउणगे, ते आपां भाई गोंदे नूं पुछांगे कि फलाणे दिन तुसीं की करदे सी। संगतां नूं पुछांगे ते साडी तसल्ली हो जावेगी। कहंदे ने इसे तरह ही समा लंघिया। 1-2 महीनों बाद भाई गोंदा जी सतगुरु महाराज दे कोल पहुँचे ने। संगत नूं नाल लैके कारगराही इकत्तर की, सतगुर दे चरणां च अर्पण कर दित्ती। ते उन्हां सिखां ने फिर सवाल किया, जिहड़े नाल दे सिख सन भाई गोंदे जी दे, कि देखो फलाणे दिन आ तरीक सी, आ समा सी, उस समय भाई गोंदा जी की कर रहे सन? ते सिखा ने अगों उत्तर देना कीता। कहण लगे उस दिन भाई गोंदा जी अमृत वेले समाधि विच बैठे, ते दिन चढ़ गया, समाधि उथान ही नहीं हुई। चौंकड़ा मार के बैठे रहे, ना कुछ वचन विलास किया, ना कथा की है, हरकियां कथा कहानियां नहीं, बस चौंकड़ा मार के चुप करके बैठे रहे। तो अगों जदों सुनिया तो सिखां नूं फिर तसल्ली होई कि सतगुरु महाराज जो वचन कीते बिल्कुल सत ने। ये है गुरु सवारे, जदों गुरु की किरपा होनी, रहमत होनी है, गुरु की किरपा दे नाल फिर आंदिन साच नाम लिव लागी। दिन रात उन्हां गुरमुखां दी सच्चे नाम विच लिव बिरती लगी रहिंदी है। वो कदे भी परमात्मा दे नाम नूं विसारदे नहीं हन। जिवें एक माता पिता नूं अपने बच्चे हर समय याद आते ने, बच्चे स्कूल जाते ने, बच्चे बाहर खेडते ने, ते बच्चे घर दे विच हुंदे ने। माता पिता सब तो वध माँ, किते भी चली जाए माँ, ते माँ की सुरती अपने बच्चियां विच हुंदी है कि मेरे बच्चे दा रोटी दा समा हो गया, मेरे बच्चे ने सारा दिन स्कूल गया, हुण वापस आने वाला है। तो इस तरह माता का ध्यान अपने बच्चों विच हुंदा है। जदों नाम बाणी का अभ्यास करते जिहड़े गुरमुख जन ना, जदों वो इस तरह उस मालक नूं चेते करते हैं, तो प्रभु का ध्यान भी फिर अपने प्यारिਆਂ ਵੱਲ हो जाता है कि मेरा प्यारा है, मैनू चेते कर रहा है, ये मेरा प्यारा मेरे पासों कुछ मंगे, मैनू देना करा। पर जदों सिमरन अभ्यास की जदों अवस्था इस तरह की पहुँचती है ना, तो उदों फिर
अन इच्छा रहत जीव हो जाता है। इच्छावां सारियां मुक जांदियां ने। ते जदों तां देखो, जदों अभ्यास प्रारंभ किसी पदार्थ नूं मुख रखदियां होइयां प्रभु की आराधना शुरू कर दिती, प्रभु की इबादत शुरू हो गई। पर ज्यों-ज्यों गुरु सवारे उस नाम का रस आन लग्या, नाम की जो रोच अंदर चली है, त्यों-त्यों फिर अवस्था इहो जी बन जाती है कि अंदरों जिहड़ा है फिर जीव दीयां इच्छावां सारियां खत्म हो जांदियां ने। उस जीव नूं फिर आख्या जाता कि अन इच्छा रहत, किसी प्रकार की इच्छा उस जीव दे अंदर नहीं रहिंदी है। पर है ये अवस्था किसी बेले नूं बनदी है, सारियां दे उत्ते मालक की बख्शिश नहीं हुंदी है। गुरु की संगत विच आके बैठना, कथा सुननी, कीर्तन सुनना, ये भी गुरु की बख्शिश है, गुरु की रहमत है। पर सुन के नाल मन लेना, उहदे अनुसार अपने जीवन नूं बतीत करना, फिर ये गुरु की असल बख्शिश हुंदी है। ये गुरु की किरपा होगी तो मन जिहड़ा गुरु के बचन सुन के मन लेना, उहदे अनुसार अपने जीवन नूं बतीत करना शुरू कर देना, फिर गुरु सवारिओ वो गुरु की किरपा का पात्र बन जाता है। पर सतगुरु महाराज जी वचन करते हैं कि पार ब्रह्म परमेश्वर सतगुर आपे करना हारा, चरण धूड़ तेरी सेवक मांगै, तेरे दर्शन को बलिहारा। मेरे राम राये ज्यों राखै त्यों रहीऐ, तुद भावै तां नाम जपावै, सुख तेरा दिता लहीऐ। ये गुरमुखां की अवस्था हुंदी है। फिर जदों अन इच्छा रहत जीव हो जाता है, नाम जप के बंदगी करके, ते दिन रात फिर इसे तरीके नाल परमेश्वर नूं चेते करदा, ते प्रभु की रजा विच रह के, भाणे विच रह के अपने जीवन नूं बतीत करदा है। सुख आ गया, सुख वेले एक अवस्था, दुख आ गया, दुख वेले घबराउंदा नहीं है, दुख वेले भी एक वरता। हरख सोग जाकै नहीं, बैरी मीत समान, इहो जी अवस्था बन जाती है। तो सतगुरु जी कहते ने कि मेरे राम राय ज्यों राखै त्यों रहीऐ, तुद भावै तां नाम जपावै, सुख तेरा दिता लहीऐ। इस तरह फिर गुरु सवारे वो कहते परमात्मा जे तैनूं भाउंदा चंगा लगदा है, फिर तू नाम जपा रहा है, तेरी किरपा नाल ही नाम जपदे आ, तेरी किरपा दे नाल जिंदगी दे सुख माणदे आ। जे तू किरपा करदा है तां सुख ने, तां नाम जपिया जा सकता है। तेरी बख्शिश तो बिना कुछ भी नहीं हो सकता है। इस करके इत्थे सतगुरु महाराज बचन करते हैं, कहते जेड़े जिन्हां उत्ते गुरु की किरपा हुंदी है ना, वो फिर बड़भागी हुंदे ने, वो सतगुरु सेवते हैं। अन दिन साच नाम लिव लागी, उन्हां गुरमुखां दी अन दिन रात सच्चे परमेश्वर के नाम विच लिव जिहड़ी है, बिरती है, वो लगी रहिंदी है। सदा सुख दाता रविया घट अंतर, शब्द सच्चा ओ माहा है। सदा सुख दाता, सदीवी काल लई सुख देण वाला, सुखां दा दाता जो परमेश्वर है। कहते वो फिर रहिंदा कित्थे, रविया घट अट अंतर, हर एक दे घट हिरदे अंदर कै रविया होया। वो वाहिगुरु हर एक दे हिरदे विच है। शब्द सच्चा वो माहा है। जदों ये पता कदों लगता है, जदों सच्चे शब्द नाल जुड़ीए, शब्द का अभ्यास करिए, फिर गुरु सर अंदर उमाह प्राप्त हुंदा, उत्साह पैदा हुंदा है कि बाकी परमेश्वर जिहड़ा है वो हर एक जीव दे अंदर बैठा होया।
ਹਰ ਇੱਕ ਮਨੁੱਖ ਦੇ ਅੰਦਰ 85 ਲੱਖ ਜੂਨਾਂ ਦੇ ਵਿੱਚ ਉਸ ਮਾਲਕ ਦਾ ਹੀ ਵਾਸਾ ਹੈ। ਪਰ ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਕਰਦੇ ਉਦੋਂ ਤੱਕ ਕੁਝ ਵੀ ਪਤਾ ਨਹੀਂ ਲੱਗਣਾ ਹੈ। ਸ਼ਬਦ ਨਾਲ ਜੁੜ ਕੇ ਹੀ ਇਹੋ ਜਿਹੀ ਅਵਸਥਾ ਬਣਦੀ ਹੈ। ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ। ਹੁਣ ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ। ਸਵਾਲ ਕੀਤਾ ਪਾਤਸ਼ਾਹ ਨੂੰ ਕਿ ਸਤਿਗੁਰੂ ਜੀ ਗੁਰੂ ਕਿਹਨਾਂ ਨੂੰ ਮਿਲਦਾ ਹੈ? ਸੰਸਾਰ ਵਿੱਚ ਬਹੁਤ ਸਾਰੇ ਗੁਰੂ ਕਹਾਉਂਦੇ ਨੇ ਆਪਣੇ ਆਪ ਨੂੰ, ਪਰ ਉਹ ਜਿਹੜੇ ਗੁਰੂ ਨੇ ਉਹਨਾਂ ਕੋਲ ਦਬ ਹੈ, ਪਖੰਡ ਹੈ। ਅਤੇ ਸਤਿਗੁਰੂ ਜੀ ਅਸਲ ਗੁਰੂ ਜਿਹੜਾ ਪੂਰਾ ਗੁਰੂ ਹੈ, ਉਹ ਗੁਰੂ ਕਿਹਨੂੰ ਮਿਲਦਾ ਹੈ? ਕਹਿੰਦੇ ਜਦੋਂ ਉਹ ਮਾਲਕ ਨਦਰ ਕਰਦਾ, ਮਿਹਰ ਕਰਦਾ ਨਾ, ਤੇ ਆਪ ਹੀ ਬਖਸ਼ਿਸ਼ ਕਰਕੇ ਫਿਰ ਪੂਰਨ ਗੁਰੂ ਸਾਹਿਬਾਨ ਨਾਲ ਮਿਲਾ ਦਿੰਦਾ ਹੈ। ਸਾਡੇ ਚੰਗੇ ਭਾਗ ਨੇ ਕਿ ਆਪਾਂ ਪੂਰਨ ਗੁਰੂ ਦੇ ਲੜ ਲੱਗੇ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਗੁਰੂ ਹਨ। ਇਹਨਾਂ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਸੁਖਮਨੀ ਸਾਹਿਬ ਦੀ ਪਾਵਨ ਬਾਣੀ 'ਚ ਸਤਿਗੁਰੂ ਕਹਿੰਦੇ ਨੇ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਤੇ ਪ੍ਰਭੂ ਪੂਰਾ, ਪ੍ਰਭੂ ਦਾ ਸਰੂਪ ਸਤਿਗੁਰੂ ਜੀ ਪੂਰੇ ਹਨ। ਫਿਰ ਪੂਰੇ ਗੁਰੂ ਦੇ ਪ੍ਰਭੂ ਦੀ ਆਰਾਧਨਾ ਕਰਨ ਲਈ ਕਰਨਾ ਕੀ ਪਵੇਗਾ? ਕਹਿੰਦੇ ਪੂਰੇ ਗੁਰ ਕਾ ਸੁਨ ਉਪਦੇਸ਼। ਪਹਿਲੀ ਪੌੜੀ ਹੈ 24ਵੀਂ ਅਸ਼ਟਪਦੀ ਦੀ ਕਿ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਜੀਵ ਤੂੰ ਕਹਿੰਦਾ ਕਿ ਮੈਨੂੰ ਪਾਰ ਬ੍ਰਹਮ ਪਰਮੇਸ਼ਰ ਤਾਂ ਤੈਨੂੰ ਦਿਖਾਈ ਨਹੀਂ ਦੇ ਰਿਹਾ। ਸਾਨੂੰ ਤਾਂ ਉਹ ਦਿਖਦਾ ਨਹੀਂ ਹੈ, ਸੁਣਿਆ ਜ਼ਰੂਰ ਹੈ ਪਰਮੇਸ਼ਰ ਬਾਰੇ, ਪਰ ਪਰਮੇਸ਼ਰ ਨੂੰ ਦੇਖਣਾ ਨਹੀਂ ਕੀਤਾ। ਅਤੇ ਸਤਿਗੁਰੂ ਕਹਿੰਦੇ ਤੂੰ ਪੂਰੇ ਗੁਰੂ ਦਾ ਉਪਦੇਸ਼ ਸੁਣ ਭਾਈ। ਜਦੋਂ ਉਪਦੇਸ਼ ਸੁਣੇਗਾ ਨਾ, ਜਿਸ ਪਾਰ ਬ੍ਰਹਮ ਪਰਮੇਸ਼ਰ ਨੂੰ ਥਾਵਾਂ ਥਾਵਾਂ 'ਤੇ ਲੱਭਦਾ ਫਿਰਦਾ ਏ, ਕਹਿੰਦੇ ਉਹ ਨਿਕਟ ਕਰ ਵੇਖ। ਨੇੜੇ ਦੇਖ, ਕਹਿੰਦੇ ਨੇੜੇ ਦੇਖੇਗਾ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ। ਫਿਰ ਨਾਲ ਤੈਨੂੰ ਕਰਮ ਕਰਨਾ ਪਵੇਗਾ। ਕਿਹੜਾ ਕਰਮ? ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ। ਆਪਣਾ ਆਪ ਛੱਡ ਕੇ, ਮੈਂ ਬੁਣਾ ਛੱਡ ਕੇ, ਕਹਿੰਦੇ ਫਿਰ ਗੁਰੂ ਸਾਹਿਬਾਨ ਦੇ ਚਰਨਾਂ, ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਨਾ ਕਰੋ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਕਰ ਤਰੋ। ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਕਹਿੰਦੇ ਇਸ ਤਰ੍ਹਾਂ ਫਿਰ ਅਵਸਥਾ ਬਣਦੀ ਹੈ। ਅਤੇ ਸਤਿਗੁਰੂ ਕਹਿੰਦੇ ਨਦਰ ਕਰੇ, ਜਦੋਂ ਗੁਰੂ ਕਿਰਪਾ ਕਰਦਾ, ਪਰਮੇਸ਼ਰ ਰਹਿਮਤ ਕਰਦਾ ਏ, ਆਪ ਹੀ ਕਿਰਪਾ ਕਰਕੇ ਤਾਂ ਗੁਰੂ ਮਿਲਾਏ ਉਹਨੂੰ, ਫਿਰ ਗੁਰੂ ਸਾਹਿਬਾਨ ਨਾਲ ਮਿਲਾ ਦਿੰਦੇ ਨੇ। ਫਿਰ ਜਦੋਂ ਗੁਰੂ ਮਿਲਦਾ ਨਾ, ਅਤੇ ਗੁਰੂ ਮਿਲਣ ਨਾਲ ਅਵਸਥਾ ਕਿਹੋ ਜਿਹੀ ਬਣਦੀ ਹੈ? ਜੀਵ ਕਹਿੰਦਾ ਮੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਵਸਦਾ। ਮੈਂ ਮੁੱਖੋਂ ਵਾਹਿਗੁਰੂ ਆਖਦਾ ਹਾਂ, ਮੁੱਖੋਂ ਮੈਂ ਮੂਲ ਮੰਤਰ ਦਾ ਜਾਪ ਕਰਦਾ ਹਾਂ, ਪਰ ਪਰਮਾਤਮਾ ਦਾ ਨਾਮ ਮੇਰੇ ਮਨ 'ਚ ਨਹੀਂ ਵਸਦਾ ਹੈ। ਅਤੇ ਸਤਿਗੁਰੂ ਕਹਿੰਦੇ ਫਿਰ ਪਰਮੇਸ਼ਰ ਗੁਰੂ ਦੀ ਡਿਊਟੀ ਲਾ ਦਿੰਦਾ ਕਿ ਦੇਖ ਭਾਈ, ਇਹਦੇ ਉੱਤੇ ਕਿਰਪਾ ਕਰਨੀ ਹੈ, ਇਹਦੇ ਹਿਰਦੇ ਦੇ ਅੰਦਰ ਤਾਂ ਨਾਮ ਵਸਾਉਣਾ, ਇਹਦੀ ਬਿਰਤੀ ਇਕਾਗਰ ਕਰਨੀ ਹੈ। ਗੁਰੂ ਫਿਰ ਸ਼ਬਦ ਦੇ ਅਨਿਆਲੇ ਤੀਰ ਮਾਰਦਾ, ਅਣਿਆਲੇ ਤੀਰ ਛੱਡਦਾ, ਜਿਹਨੂੰ ਛੱਡਣ ਦੇ ਨਾਲ ਜੀਵ ਦਾ ਹਿਰਦਾ ਵਿਧਿਆ ਜਾਂਦਾ। ਫਿਰ ਦਿਨ ਰਾਤ ਉਹ ਗੁਰੂ ਸਵਾਰੇ ਪਰਮਾਤਮਾ ਦਾ ਨਾਮ ਜਪਦਾ ਏ,
ਤੇ ਉਹਦੇ ਅੰਦਰ ਫਿਰ ਗੁਰੂ ਬਖਸ਼ਿਸ਼ ਕਰਕੇ ਹਰੀ ਦਾ ਨਾਮ ਮਨ ਵਿੱਚ ਵਸਾ ਦਿੰਦਾ ਹੈ। ਭਾਵ ਗੁਰੂ ਦੀ ਕਿਰਪਾ ਤੋਂ ਬਿਨਾਂ ਨਾਮ ਹਿਰਦੇ ਅੰਦਰ ਵਿੱਚ ਨਹੀਂ ਵਸ ਸਕਦਾ ਹੈ। ਜਦੋਂ ਉਹ ਕਿਰਪਾ ਕਰਦਾ ਹੈ, ਜਦੋਂ ਸਤਿਗੁਰੂ ਮਹਾਰਾਜ ਜੀ ਉਹ ਤੀਰ ਛੱਡਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣਦੀ ਨਾ ਕਿ ਉਪਦੇਸ਼ ਰੂਪੀ ਤੀਰ ਮਾਰਦੇ ਸਤਿਗੁਰੂ ਛੱਡਦੇ ਨੇ, ਸ਼ਬਦ ਦੀ ਚੋਟ ਲੱਗਦੀ ਆ ਕੇ, ਜਿਵੇਂ ਪ੍ਰਤੱਖ ਤੀਰ ਲੱਗਣ ਦੇ ਨਾਲ ਘਾਵ ਹੁੰਦਾ ਏ, ਜ਼ਖਮ ਹੁੰਦਾ ਏ ਤੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਤੇ ਗੁਰੂ ਦਾ ਜਿਹੜਾ ਸ਼ਬਦ ਰੂਪੀ ਤੀਰ ਆ ਕੇ ਲੱਗਦਾ ਨਾ, ਉਦੋਂ ਵੀ ਫਿਰ ਮਨੁੱਖ ਦੀ ਮੌਤ ਹੁੰਦੀ ਹੈ, ਪਰ ਮੈਂ ਦੀ ਮੌਤ ਹੁੰਦੀ ਹੈ। ਉੱਥੇ ਫਿਰ ਤੂੰ ਉਪਜ ਜਾਂਦਾ ਹੈ। ਸੂਰਮਾ ਸਾਹਮਣੇ ਸੂਰਮੇ ਨੂੰ ਤੀਰ ਮਾਰਦਾ, ਜਿਹਦੇ ਹਿਰਦੇ ਨੂੰ ਸੀਨੇ ਨੂੰ ਜਾ ਕੇ ਤੀਰ ਲੱਗਦਾ, ਉਹ ਫਿਰ ਸਰੀਰਕ ਤੌਰ 'ਤੇ ਮਰ ਜਾਂਦਾ ਹੈ, ਉਹ ਖਤਮ ਹੋ ਜਾਂਦਾ ਹੈ। ਜਦੋਂ ਗੁਰੂ ਸ਼ਬਦ ਰੂਪੀ ਤੀਰ ਮਾਰਦਾ, ਸ਼ਬਦ ਰੂਪੀ ਤੀਰ ਮਾਰਨ ਦੇ ਨਾਲ ਤੇ ਉਹਨੂੰ ਫਿਰ ਅਣਿਆਲੇ ਤੀਰ ਆ ਕੇ ਲੱਗਦੇ ਨੇ ਤੇ ਅੰਦਰੋਂ ਗੁਰੂ ਸਵਾਰਿਓ ਜਿਹੜੀ ਉਹਦੀ ਆਤਮ ਮੌਤ ਹੈ, ਜਿਹੜਾ ਜਿਵੇਂ ਹਰ ਸਮੇਂ ਮੈਂ ਮੇਰੀ 'ਚ ਵਿਚਰਦਾ ਸੀ, ਮੇਰਾ ਆ ਮੈਂ ਆ ਕਰਾਂਗਾ, ਉਹ ਮੈਂ ਸਤਿਗੁਰੂ ਜੀ ਦੇ ਤੀਰ ਨਾਲ ਮਿਟ ਜਾਂਦੀ ਹੈ। ਜਦੋਂ ਮੈਂ ਮਿਟ ਗਈ ਤੇ ਫਿਰ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਇਹ ਅਵਸਥਾ ਬਣਦੀ ਹੈ। ਜਦੋਂ ਇਹ ਅਵਸਥਾ ਬਣ ਜਾਂਦੀ ਹੈ ਤੇ ਉਦੋਂ ਫਿਰ ਗੁਰੂ ਸਵਾਰਿਓ ਜਿਹੜਾ ਹਰ ਕਾ ਨਾਮ ਮਨ ਵਸਾਏ, ਹਰੀ ਦਾ ਨਾਮ ਸਤਿਗੁਰੂ ਜੀ ਆਪ ਹੀ ਮਨ ਵਿੱਚ ਵਸਾ ਦਿੰਦੇ ਹਨ। ਹਰ ਮਨ ਵਸਿਆ ਸਦਾ ਸੁਖ ਦਾਤਾ, ਸਭ ਦੇ ਮਨ ਉਮਾਹਾ ਹੈ। ਗੁਰੂ ਸਾਹਿਬਾਨ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਹਰ ਮਨ ਵਸਿਆ ਸਦਾ ਸੁਖ ਦਾਤਾ। ਜਿਹੜਾ ਸਦੀਵੀ ਕਾਲ ਲਈ ਸੁੱਖ ਦੇਣ ਵਾਲਾ, ਸੁੱਖਾਂ ਦਾ ਦਾਤਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਹਰ ਮਨ ਵਸਿਆ। ਹਰੀ ਦਾ ਨਾਮ ਕਹਿੰਦੇ ਮਨ ਵਿੱਚ ਆ ਕੇ ਵਸ ਗਿਆ। ਫਿਰ ਸ਼ਬਦ ਦੇ ਮਨ ਉਮਾਹਾ ਹੈ। ਇਹ ਹਰੀ ਦਾ ਨਾਮ ਤਾਂ ਮਨ ਵਿੱਚ ਆ ਕੇ ਵਸਿਆ ਜਦੋਂ ਸ਼ਬਦ ਨਾਲ ਜੁੜਨਾ ਕੀਤਾ। ਸ਼ਬਦ ਕਰਕੇ ਮਨ ਵਿੱਚ ਉਮਾਹਾ ਦਾ ਅਰਥ ਹੈ ਉਤਸ਼ਾਹ ਉਤਪੰਨ ਹੋ ਗਿਆ, ਉਤਸ਼ਾਹ ਪੈਦਾ ਹੋਇਆ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ। ਗੁਰੂ ਕਾ ਸ਼ਬਦ ਸੁਣਿਆ, ਜਪਜੀ ਸਾਹਿਬ ਦੀ ਪਾਵਨ ਬਾਣੀ ਸੁਣ ਰਿਹਾ, ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਸ਼ਬਦ ਆ ਗਿਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਦੋਂ ਸ਼ਬਦ ਆਇਆ ਤੇ ਗੁਰਬਾਣੀ ਸੁਣ ਰਿਹਾ ਹੈ, ਗੁਰਬਾਣੀ 'ਚ ਸੁਣਿਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਤੇ ਗੁਰੂ ਸਵਾਰੇ ਸ਼ਬਦ ਸੁਣਿਆ, ਸ਼ਬਦ ਦੀ ਚੋਟ ਹਿਰਦੇ ਅੰਦਰ ਲੱਗੀ ਤੇ ਮਨ 'ਚ ਇੱਛਾ ਜਾਗੀ ਕਿ ਮੇਰਾ ਗੁਰੂ ਕਹਿ ਰਿਹਾ ਏ ਕਿ ਅੰਮ੍ਰਿਤ ਵੇਲੇ ਦੀ ਮੇਰਾ ਗੁਰੂ ਗੱਲ ਕਰ ਰਿਹਾ ਏ। ਇੰਨਾ ਸਮਾਂ ਲੰਘ ਗਿਆ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕੀਤੀ, ਨਿਤ ਦਾ ਨਿਯਮ ਨਹੀਂ ਨਿਭਾਉਣਾ ਕੀਤਾ। ਚਲੋ ਮਨਾ ਬੜੀਆਂ ਜ਼ਿੰਦਗੀ 'ਚ ਮੌਜਾਂ ਮਾਣਨੀਆਂ, ਐਸ਼ ਪ੍ਰਸਤੀ ਕਰ ਲਈ ਹੈ। ਚਲੋ ਮਨਾ ਹੁਣ ਆਪਾਂ ਜਿਹੜਾ ਸਮਾਂ ਨਾ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਵੀ ਦੇਖਣਾ ਕਰੀਏ। ਸ਼ਬਦ ਦੀ ਚੋਟ ਲੱਗੀ ਨਾ, ਸ਼ਬਦ ਸੁਣਿਆ, ਸ਼ਬਦ ਸੁਣਨ ਦੇ ਨਾਲ ਫਿਰ ਉਹ ਜਗਿਆਸੂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਲੱਗ ਪਿਆ। ਅੰਮ੍ਰਿਤ ਵੇਲੇ ਸੰਭਾਲ ਕੀਤੀ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨ ਲੱਗ ਪਿਆ, ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ, ਹੋਰ ਬਾਣੀਆਂ ਨਿਤਨੇਮ ਕਰਨ ਲੱਗ ਪਿਆ। ਫਿਰ ਜਿਉਂ-ਜਿਉਂ ਸਤਿਗੁਰ ਦੀ ਬਾਣੀ ਪੜ੍ਹਦਾ ਗਿਆ, ਸਿਮਰਨ ਕਰਦਾ ਗਿਆ,
त्यों त्यों गुरु सर शब्द का उमाहा, शब्द का जिहड़ा उत्साह है फिर हिरदे अंदर पैदा हुंदा गया कि मेरा गुरु आ कह रहा है। पहला नितनेम तक सीमित सी, फिर मन च जग्यासा जागी कि मैं सुखनी सह का पाठ करा। सुखां दी मणी सुखनी सह दी पावन बाणी है, पढ़ के देखा। रागी सिंह गायन करते ने आसा की वार, तो मैं आसा दी वार पढ़ के देखना करा। फिर मन च जग ये है जिहड़ा उत्साह पैदा होना, मन विच उमाह पैदा होना। फिर मन च विचार आई कि मना इन्ना समा हो गया गुरु ग्रंथ साहब मत्था टेकदे आ, देगां करा लीआं, कड़ा प्रसाद की देग करा दी, मत्थे टेके ते बार बार मत्था टेकदे गुरु ग्रंथ साहब महाराज दे दर्शन दीदारे नहीं कीते। प्रतख तौर पर दर्शन दीदारे कारे सतगुरु गद्दी ते विराजमान ने, पर मेरे गुरु ग्रंथ साहब महाराज कहंदे की ने, मैं पढ़ के तो देखा। फिर मन च उत्साह पैदा होया कि चलो मना एक सहज पाठ करके देखिए। यह उत्साह शब्द मन उमाहा है। उत्साह पैदा हो गया कि मैं एक शब्द एक जिहड़ा है सहज पाठ करके देखा। फिर घर विच सैंचियां प्रकाश करके सतगुरु की बाणी पढ़नी प्रारंभ कर दी। जिस दिन अपने जीवन काल च प्यार दे सहित आपां सहज पाठ कर लिया ना, तो उदों फिर जिंदगी च पलटा वजदा है। ये सच है गुरु सवारियो। होवे पढ़िए प्रेम दे नाल, भावना रख के पढ़िए। फिर जो सतगुरु गुरु ग्रंथ साहब पढ़ांगे ना, फिर पता लगेगा कि गुरु ग्रंथ साहब महाराज की कह रहे हैं तो आपां की कर रहे हैं। फिर जो एक कर लिया फिर मन च दूजा भी प्रारंभ कर, तीजा भी कर लवां। फिर इत्थों तक इच्छा जाग जाती है कि मैं अर्थां दे सहित सहज पाठ करके देखना करा। जो अर्थां दे सहित विचार